ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਪੜ੍ਹਨ ਜਾ ਰਹੇ ਹੈਗੇ ਆ ਆਪਣਾ ਚੈਪਟਰ 4 ਰੋਟੇਸ਼ਨਲ ਮੋਸ਼ਨ। ਅੱਜ ਤੱਕ ਆਪਾਂ ਜੋ ਵੀ ਪੜ੍ਹਿਆ ਹੈਗਾ ਬੋਡੀ ਇੱਕ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰਦੀ ਹੈ, ਉਹ ਕਿੰਨਾ ਡਿਸਟੈਂਸ ਕਵਰ ਕਰਦੀ ਹੈਗੀ ਹੈ, ਕਿੰਨੀ ਐਕਸਲੇਸ਼ਨ ਦੇ ਨਾਲ ਉਹ ਮੂਵ ਕਰਦੀ ਹੈ, ਕਿੰਨੀ ਉਹਦੇ ਉੱਤੇ ਫੋਰਸ ਲੱਗਦੀ ਪਈ ਹੈਗੀ ਹੈ ਜਾਂ ਕਿੰਨੀ ਉਹਦੀ ਵੈਲੋਸਿਟੀ ਹੈ। ਇਹ ਸਾਰੀ ਟਰਮਸ ਨੂੰ ਹੁਣ ਤੁਸੀਂ ਇੱਕ ਰੋਟੇਸ਼ਨਲ ਮੋਸ਼ਨ ਇਸ ਚੈਪਟਰ ਦੇ ਵਿੱਚ ਨਵੇਂ ਫਾਰਮ ਦੇ ਵਿੱਚ ਪੜ੍ਹਨਾ ਹੈਗਾ, ਉਹਨਾਂ ਨੂੰ ਆਪਾਂ ਨਵਾਂ ਨਾਮ ਦੇਵਾਂਗੇ। ਉਹ ਸਾਰੀਆਂ ਚੀਜ਼ਾਂ ਆਪਾਂ ਇਸ ਦੇ ਵਿੱਚ ਪੜ੍ਹਨੀਆਂ ਹੈਗੀਆਂ। ਤਾਂ ਜਿਹੜੀ ਹੁਣ ਆਪਾਂ ਪੜ੍ਹੀ ਹੈਗੀ ਹੈ ਦੈਟ ਇਜ਼ ਦ ਟਰਾਂਸਲੇਟਰੀ ਮੋਸ਼ਨ। ਤਾਂ ਤੁਹਾਨੂੰ ਪੇਪਰ 'ਚ ਕੁਐਸਚਨ ਆ ਜਾਂਦਾ ਹੈ ਕਿ ਡਿਫਰੈਂਸ ਬਿਟਵੀਨ ਟਰਾਂਸਲੇਟਰੀ ਮੋਸ਼ਨ ਐਂਡ ਰੋਟੇਸ਼ਨਲ ਮੋਸ਼ਨ ਕੀ ਹੁੰਦਾ ਹੈ। ਤਾਂ ਸਾਡਾ ਸਭ ਤੋਂ ਪਹਿਲਾ ਕੁਐਸਚਨ ਹੈਗਾ ਟਰਾਂਸਲੇਟਰੀ ਮੋਸ਼ਨ। ਤਾਂ ਟਰਾਂਸਲੇਟਰੀ ਮੋਸ਼ਨ ਦੇ ਵਿੱਚ ਆਪਾਂ ਪੜ੍ਹਦੇ ਹੈਗੇ ਆ ਕਿ ਟਰਾਂਸਲੇਟਰੀ ਮੋਸ਼ਨ ਕੀ ਹੁੰਦੀ ਹੈਗੀ ਹੈ। ਤੇ ਜੋ ਕੁਝ ਵੀ ਬੋਡੀ ਜਦ ਆਪਣੀ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰਦੀ ਹੈ ਜਿਹਦੇ ਵਿੱਚ ਕੀ ਹੁੰਦਾ ਹੈਗਾ, ਪਾਰਟੀਕਲ ਇੱਕ ਪੋਜੀਸ਼ਨ ਤੋਂ ਦੂਜੀ ਪੋਜੀਸ਼ਨ ਦੇ ਵਿੱਚ ਜਾਂਦਾ ਹੈਗਾ ਤੇ ਦੂਜੀ ਤੋਂ ਤੀਜੀ ਪੋਜੀਸ਼ਨ ਦੇ ਵਿੱਚ ਜਾਂਦਾ ਐਜ਼ ਅ ਹੋਲ। ਸਾਰੀ ਦੀ ਸਾਰੀ ਬੋਡੀ ਤੁਹਾਡੀ ਇੱਕ ਸੇਮ ਵੈਲੋਸਿਟੀ ਦੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੀ ਹੈਗੀ ਹੈ। ਤੇ ਆਪਾਂ ਮੰਨੀਏ ਕਿ A ਤੇ C ਦੇ ਵਿੱਚ ਅਗਰ ਸਾਡਾ ਇਹ ਡਿਸਟੈਂਸ L ਹੈਗਾ ਤੇ ਕੁਝ ਟਾਈਮ ਬਾਅਦ ਵੀ ਉਹ ਡਿਸਟੈਂਸ L ਹੀ ਰਹਿੰਦਾ ਹੈਗਾ, ਦੋਨੋਂ ਪਾਰਟੀਕਲਸ ਦੇ ਵਿੱਚ ਡਿਸਟੈਂਸ ਚੇਂਜ ਨਹੀਂ ਆਉਂਦਾ। ਯਾਨੀ ਕਿ all the particles move parallel to each other and all the particles will have the same velocity। ਸਾਰੇ ਪਾਰਟੀਕਲ ਇੱਕ ਲਾਈਨ ਦੇ ਵਿੱਚ ਪੈਰਲਲ ਆਪਸ ਦੇ ਵਿੱਚ ਮੂਵ ਕਰਨਗੇ ਤੇ ਉਹਨਾਂ ਦੀ ਸੇਮ ਵੈਲੋਸਿਟੀ ਹੋਊਗੀ। ਤਾਂ ਇਸ ਤਰ੍ਹਾਂ ਦੀ ਮੋਸ਼ਨ ਨੂੰ ਆਪਾਂ ਕਹਿੰਦੇ ਹੈਗੇ ਆ ਟਰਾਂਸਲੇਟਰੀ ਮੋਸ਼ਨ। ਮੀਨਸ ਇੱਕ ਜਗ੍ਹਾ ਤੋਂ ਸਾਰੀ ਹੋਲ ਬੋਡੀ ਦੂਜੀ ਜਗ੍ਹਾ ਤੇ ਜਾਂਦੀ ਪਈ ਹੈਗੀ ਹੈ, ਦੈਟ ਇਜ਼ ਕਾਲਡ ਦਾ ਟਰਾਂਸਲੇਟਰੀ ਮੋਸ਼ਨ। ਮੰਨ ਲਓ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੇ ਪਏ ਹਾਂ, ਸਾਡੀ ਸਾਰੀ ਬੋਡੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚ ਜਾਂਦੀ ਹੈ। ਇਹ ਨਹੀਂ ਕਿ ਸਾਡੇ ਪੈਰ ਪਹਿਲਾਂ ਪਹੁੰਚ ਜਾਂਦੇ ਆ ਤੇ ਸਾਡੇ ਹੱਥ ਬਾਅਦ ਚ ਪਹੁੰਚਦੇ ਆ। ਤਾਂ ਮੀਨਸ ਹੋਲ ਬੋਡੀ ਮੂਵ ਐਜ਼ ਅ ਹੋਲ ਫਰੋਮ ਵਨ ਪਲੇਸ ਟੂ ਅਨਦਰ। ਸਚ ਟਾਈਪ ਆਫ ਮੋਸ਼ਨ ਇਜ਼ ਕਾਲਡ ਟਰਾਂਸਲੇਟਰੀ ਮੋਸ਼ਨ। ਇੱਕ ਆਪਾਂ ਐਗਜ਼ਾਮਪਲ ਲਈਏ, ਮੰਨ ਲਓ ਇੱਕ ਸਾਡੇ ਇਨਕਲਾਈਨ ਪਲੇਨ ਹੈਗਾ, ਇਨਕਲਾਈਨ ਪਲੇਨ ਦੇ ਉੱਤੇ ਬਾਕਸ ਪਿਆ ਹੋਇਆ ਹੈ। ਅਗਰ ਇਹ ਬਲੌਕਸ ਪੂਰਾ ਦਾ ਪੂਰਾ ਸਲਿਪ ਕਰਕੇ ਨੀਚੇ ਨੂੰ ਆਉਂਦਾ ਪਿਆ ਹੈਗਾ ਤਾਂ ਦਿਸ ਟਾਈਪ ਆਫ ਮੋਸ਼ਨ ਇਜ਼ ਕਾਲਡ ਟਰਾਂਸਲੇਟਰੀ ਮੋਸ਼ਨ। ਠੀਕ ਹੈ। ਜਾਂ ਕੋਈ ਕਾਰ ਜਾਂ ਬੱਸ ਰੋਡ ਦੇ ਉੱਤੇ ਜਾਂਦੀ ਹੈਗੀ ਹੈ ਤੇ ਉਸ ਮੋਸ਼ਨ ਨੂੰ ਵੀ ਆਪਾਂ ਟਰਾਂਸਲੇਟਰੀ ਮੋਸ਼ਨ ਕਹਿੰਦੇ। ਇਹ ਤਾਂ ਨਹੀਂ ਕਾਰ ਦਾ ਅਗਲਾ ਹਿੱਸਾ ਪਹਿਲਾਂ ਚਲੇ ਜਾਂਦਾ ਹੈ ਤੇ ਪਿਛਲਾ ਹਿੱਸਾ ਬਾਅਦ ਦੇ ਵਿੱਚ ਆਉਂਦਾ ਹੈ। ਮੀਨਸ ਸਾਰੀ ਦੀ ਸਾਰੀ ਕਾਰ ਇੱਕੋ ਹੀ ਸਪੀਡ ਦੇ ਨਾਲ ਮੂਵ ਕਰਦੀ ਹੈ ਅੱਗੇ ਨੂੰ। ਦੂਜੀ ਆਪਾਂ ਕਹਿੰਦੇ ਐਰੋਪਲੇਨ। ਐਰੋਪਲੇਨ ਜਦ ਵੀ ਉੜਦਾ ਹੈਗਾ ਉਹ ਸਾਰਾ ਇਕੱਠਾ ਹੀ ਉੜਦਾ ਹੈਗਾ। ਤਾਂ ਮੀਨਸ ਬੋਡੀ ਐਜ਼ ਅ ਹੋਲ ਮੂਵ ਕਰਦੀ ਹੈ ਫਰੋਮ ਇੱਕ ਪਲੇਸ ਟੂ ਅਨਦਰ ਪਲੇਸ। ਸਚ ਟਾਈਪ ਆਫ ਮੋਸ਼ਨ ਇਜ਼ ਕਾਲਡ ਟਰਾਂਸਲੇਟਰੀ ਮੋਸ਼ਨ। ਮੈਨੂੰ ਲੱਗਦਾ ਹੁਣ ਤੁਹਾਨੂੰ ਸਮਝ ਆ ਗਿਆ ਹੋਣਾ ਟਰਾਂਸਲੇਟਰੀ ਮੋਸ਼ਨ ਕੀ ਹੁੰਦੀ ਹੈ। ਮੀਨਸ ਬੋਡੀ ਇੱਕ ਪੋਜੀਸ਼ਨ ਤੋਂ ਦੂਜੀ ਪੋਜੀਸ਼ਨ ਤੇ ਜਾਂਦੀ ਹੈ ਤੇ ਸਾਰੇ ਜਿਹੜੇ ਪਾਰਟੀਕਲਸ ਹੈ ਉਹਨਾਂ ਦੀ ਵੈਲੋਸਿਟੀ ਕੀ ਹੁੰਦੀ ਹੈ, ਸੇਮ ਹੁੰਦੀ ਹੈ। ਦੂਜੀ ਆਪਾਂ ਪੜ੍ਹਦੇ ਹਾਂ ਹੁਣ ਰੋਟੇਸ਼ਨਲ। ਰੋਟੇਸ਼ਨਲ ਮੋਸ਼ਨ ਆਪਾਂ ਕਿਹਨੂੰ ਕਹਿੰਦੇ ਆ? ਤੇ ਮੰਨ ਲਓ ਜਿਵੇਂ ਆ ਸਾਡੇ ਕੋਲ ਐਕਸਿਸ ਹੈ, ਇਸ ਦੇ ਅਰਾਊਂਡ ਇਹਨੇ ਜਿਹੜੀ ਆ ਬੋਡੀ ਹੈ ਉਹਨੇ ਘੁੰਮਣਾ ਹੈਗਾ। ਠੀਕ ਹੈ। ਤੇ ਪਾਰਟੀਕਲ 1 ਇਸ ਡਾਇਰੈਕਸ਼ਨ ਦੇ ਵਿੱਚ ਉਹ ਮੂਵ ਕਰਦੀ ਹੈਗੀ ਹੈ। ਦੈਟ ਟਾਈਪ ਆਫ ਮੋਸ਼ਨ ਇਜ਼ ਕਾਲਡ ਰੋਟੇਟਰੀ motion। means जब पार्टिकल एक सर्कल ਦੇ ਵਿੱਚ ਮੂਵ ਕਰਦੇ ਹੈ ਅਰਾਊਂਡ ਸਮ ਫਿਕਸਡ ਐਕਸਿਸ, that axis is called axis of rotation। ਅਗਰ ਮੈਂ ਦੂਜੀ ਐਗਜ਼ਾਮਪਲ ਲੈਂਦੇ ਆ, ਇਹਦੇ ਵਿੱਚ ਆਪਣਾ A ਪੁਆਇੰਟ ਜਿਹੜਾ ਹੈਗਾ ਉਹ ਫਿਕਸਡ ਹੈ ਤੇ B ਪੁਆਇੰਟ ਆ ਜਿਹੜੀ ਸਾਡੀ ਪਹਿਲੀ ਪੋਜੀਸ਼ਨ ਹੈਗੀ ਹੈ ਬੋਡੀ ਦੀ, ਕੁਝ ਟਾਈਮ ਬਾਅਦ ਇਹ ਇਧਰ ਨੂੰ ਰੋਟੇਟ ਕਰਦੀ ਹੈ ਤੇ ਉਹਦੀ ਨਵੀਂ ਪੋਜੀਸ਼ਨ ਹੈ ਗ੍ਰੀਨ ਕਲਰ ਦੇ ਨਾਲ ਸ਼ੋ ਕੀਤੀ ਹੋਈ ਹੈ ਤੁਹਾਨੂੰ, ਇਹ ਆਉਂਦੀ ਹੈ। ਤੇ ਇਹਦੇ ਵਿੱਚ ਦੇਖੋ B ਪੁਆਇੰਟ ਤਾਂ ਸ਼ਿਫਟ ਕਰਕੇ ਇੱਥੇ ਪਹੁੰਚ ਗਿਆ। ਠੀਕ ਹੈ। ਮੰਨ ਲਓ ਇੱਥੇ C ਪੁਆਇੰਟ ਹੈ, ਉਹ ਵੀ ਸ਼ਿਫਟ ਕਰਕੇ ਇਸ ਪੋਜੀਸ਼ਨ ਤੇ ਪਹੁੰਚ ਗਿਆ। ਔਰ A ਪੁਆਇੰਟ ਸਾਡਾ ਫਿਕਸਡ ਹੈ, ਉਹਦੇ ਅਰਾਊਂਡ ਬੋਡੀ ਨੇ ਮੂਵ ਕਰਨਾ ਹੈਗਾ। ਤਾਂ ਇਹਦੇ ਵਿੱਚ ਕੀ ਹੋਇਆ, ਜਿਹੜਾ ਸਾਡਾ ਡਿਸਟੈਂਸ ਹੈ A to B, ਇਹ ਨੈਕਸਟ ਪੋਜੀਸ਼ਨ A to B ਦੇ ਵਿੱਚ ਆਪਸ ਦੇ ਵਿੱਚ ਪੈਰਲਲ ਨਹੀਂ ਹੈ, ਇੱਕ ਸਕਰਵ ਫਾਰਮ ਲੈ ਲੈਂਦਾ ਹੈ। ਤਾਂ ਦਿਸ ਟਾਈਪ ਆਫ ਮੋਸ਼ਨ ਇਜ਼ ਕਾਲਡ ਰੋਟੇਸ਼ਨਲ ਮੋਸ਼ਨ। ਤੇ ਰੋਟੇਸ਼ਨਲ ਮੋਸ਼ਨ ਦੇ ਵਿੱਚ ਡਿਸਟੈਂਸ ਬਿਟਵੀਨ ਟੂ ਪੁਆਇੰਟਸ ਜਿਹੜਾ ਸਾਡਾ ਫਿਕਸ ਨਹੀਂ ਰਹਿੰਦਾ। ਤਾਂ ਆਪਾਂ ਕਵਾਂਗੇ ਇਨ ਵਿਚ ਆਲ ਦਾ ਇੰਟਰਨਲ ਪਾਰਟੀਕਲਸ ਆਫ ਦਾ ਬੋਡੀ ਮੂਵਸ ਇਨ ਅ ਸਰਕੂਲਰ ਪਾਥ। ਮੀਨਸ ਸਾਰੇ ਦੇ ਸਾਰੇ ਪਾਰਟੀਕਲਸ ਇੱਕ ਸਰਕੂਲਰ ਪਾਥ,
ਇੱਕ ਸਰਕਲ ਦੀ ਫਾਰਮ ਦੇ ਵਿੱਚ ਮੂਵ ਕਰਨਗੇ, that type of motion is called rotational motion. So the line joining the two internal points does not remain parallel to itself. ਆਹੀ ਆਪਾਂ ਗੱਲ ਕੀਤੀ ਕਿ A ਤੇ B ਪਹਿਲੀ ਪੋਜੀਸ਼ਨ ਤੇ A ਤੇ B ਦੂਜੀ ਪੋਜੀਸ਼ਨ ਦੇ ਵਿੱਚ ਆ ਜਿਹੜੀ ਲਾਈਨ ਹੈ ਤੁਹਾਡੀ, ਆ ਦੋਨੋਂ ਲਾਈਨਾਂ ਇਹ ਆਪਸ ਦੇ ਵਿੱਚ ਪੈਰਲਲ ਨਹੀਂ ਹੈਗੀਆਂ। So this is your rotational motion. All the particles will have different linear velocity. Translatory motion ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਸਾਰੇ ਪਾਰਟੀਕਲ ਸੇਮ velocity ਦੇ ਨਾਲ ਮੂਵ ਕਰਨਗੇ, but in rotational motion all the particles will rotate with different linear velocities. ਠੀਕ ਹੈ ਬੱਚੋ, ਤੇ ਜਿਹੜੀ ਫਿਕਸਡ ਐਕਸਿਸ ਜਿਸ ਦੇ ਅਰਾਊਂਡ ਬੋਡੀ ਰੋਟੇਟ ਕਰਦੀ ਹੈਗੀ ਹੈ, that is called axis of rotation. ਉਹਨੂੰ ਆਪਾਂ ਕੀ ਕਹਿੰਦੇ ਹੈਗੇ ਆ, ਐਕਸਿਸ ਆਫ ਰੋਟੇਸ਼ਨ। ਇਹਦਾ ਐਗਜ਼ਾਮਪਲ ਇੱਕ ਆਪਾਂ ਔਰ ਲੈ ਲੈਂਦੇ, ਆਪਾਂ ਬੱਚਿਆਂ ਵਾਂਗੂ ਅਗਰ ਆਪਾਂ ਪੈਨਸਿਲ ਇੱਕ ਟੇਬਲ ਦੇ ਉੱਤੇ ਰੱਖ ਦਈਏ, ਮੰਨ ਲਓ ਦਿਸ ਇਜ਼ ਦਾ ਪੈਨਸਿਲ, ਤੇ ਇੱਕ ਸਾਈਡ ਤੋਂ ਆਪਾਂ ਉਹਨੂੰ ਫੋਰਸ ਲਗਾਉਂਦੇ ਆ, ਸਟਰਾਈਕ ਕਰਦੇ ਆ ਆਪਣੀ ਉਂਗਲ ਦੇ ਨਾਲ, ਤਾਂ ਕਿ ਉਹ ਗੋਲ ਗੋਲ ਘੁੰਮਣਾ ਸ਼ੁਰੂ ਕਰ ਦਿੰਦੇ ਆ। ਅਕਸਰ ਬੱਚੇ ਆ ਚੀਜ਼ਾਂ ਨਾਲ ਖੇਡਦੇ ਹੈਗੇ ਕਿ ਉਹ ਪੈਨਸਿਲ ਨੂੰ ਮਾਰਦੇ ਤੇ ਪੈਨਸਿਲ ਗੋਲ ਗੋਲ ਘੁੰਮਣਾ ਸ਼ੁਰੂ ਕਰ ਦਿੰਦੀ ਹੈਗੀ ਹੈ। that type of motion is called also a rotatory motion, ਤੇ ਉਹਨੂੰ ਆਪਾਂ ਸਪਿਨ ਵੀ ਕਹਿੰਦੇ ਆ ਕਿ ਉਹ ਸਪਿਨ ਕਰਦੀ ਹੈ, ਘੁੰਮਦੀ ਪਈ ਹੈ। ਜਾਂ ਆਪਾਂ ਕੋਈ ਵੀਲ ਨੂੰ ਆਪਣਾ ਮੰਨ ਲਓ ਕੋਈ ਪਲੇਟ ਟਾਈਪ ਹੈ, ਉਹਨੂੰ ਦੋ ਧਾਗੇ ਦੇ ਵਿੱਚ ਪਾ ਕੇ ਘੁਮਾਉਂਦੇ ਆ ਤੇ ਉਹ ਗੋਲ ਗੋਲ ਘੁੰਮਣਾ ਸ਼ੁਰੂ ਕਰ ਦਿੰਦੀ ਹੈ, ਤਾਂ that is also called the rotation of a wheel is a rotatory motion। ਔਰ ਜਿਹਦੇ ਅਰਾਊਂਡ ਉਹ ਘੁੰਮਦੀ ਹੈ, that is called the axis of rotation। ਤੋ ਜਿਹੜੀ ਚੀਜ਼ਾਂ ਆਪਾਂ ਹੁਣ ਪੜ੍ਹੀਆਂ ਹੈਗੇ ਕਿ ਰੋਟੇਸ਼ਨ, ਇਹਦਾ ਹੋਰ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ, ਰੋਟੇਸ਼ਨ ਆਫ ਦਾ ਅਰਥ ਅਰਾਊਂਡ ਇਟਸ ਓਨ ਐਕਸਿਸ। ਜਿਹੜੀ ਅਰਥ ਹੈ ਆਪਣੇ ਅਰਾਊਂਡ, ਆਪਣੀ ਐਕਸਿਸ ਦੇ ਅਰਾਊਂਡ ਘੁੰਮਦੀ ਹੈਗੀ ਹੈ, that is also an example of rotatory motion। ਐਵੇਂ ਹੀ ਸਾਡੀ ਜਿਹੜੀ ਵੀ ਕਾਰ ਜਾਂ ਬੱਸ ਦੇ ਜਾਂ ਸਕੂਟਰ, ਈਵਨ ਕਿ ਸਾਈਕਲ ਆਪਾਂ ਲੈ ਲਈਏ, ਉਹਨਾਂ ਦੇ ਜਿਹੜੇ ਟਾਇਰਸ ਹੈ, ਵੀਲ ਹੈ ਜਿਹੜਾ ਉਹ ਚੱਕਰ ਗੋਲ ਗੋਲ ਘੁੰਮਦਾ ਹੈਗਾ, that is called the rotational motion। ਔਰ ਤੁਸੀਂ ਦੇਖਿਆ ਹੋਣਾ, ਅਗਰ ਆਪਾਂ ਐਗਜ਼ਾਮਪਲ ਲਈਏ ਕਿ ਗੱਡੀ ਜਿਹੜੀ ਹੈਗੀ ਹੈ ਸਾਡੀ ਸੜਕ ਦੇ ਉੱਤੇ ਜਾਂਦੀ ਪਈ ਹੈ, ਉਹ ਗੋਲ ਗੋਲ ਵੀ ਘੁੰਮਦੀ ਹੈਗੀ ਹੈ, ਠੀਕ ਹੈ, ਔਰ ਉਹ ਅੱਗੇ ਨੂੰ ਵੀ ਮੂਵ ਕਰਦੀ ਹੈਗੀ ਹੈ, ਤੇ ਇਹ ਦੋਨੋਂ ਮੋਸ਼ਨ ਜਦੋਂ ਇਨਕਲੂਡ ਕਰਦੀ ਹੈ ਤਾਂ ਆਪਾਂ ਉਹਨੂੰ ਕਹਿੰਦੇ ਹੈਗੇ ਆ planar motion। So planar motion consists of translatory motion and rotational motion। ਇਹਦਾ ਬਹੁਤ ਅੱਛਾ ਹੋਰ ਐਗਜ਼ਾਮਪਲ ਹੈ ਕ੍ਰਿਕਟ ਬਾਲ, ਜਿਹੜੀ ਜਦ ਆਪਾਂ ਬਾਲਰ ਉਹਨੂੰ ਸਿੱਟਦਾ ਪਿਆ ਹੈਗਾ ਤਾਂ ਉਹਨੂੰ ਅਗਰ ਉਹ ਬਾਲ ਸਪਿਨ ਕਰਦੀ ਹੋਈ ਆਉਂਦੀ ਹੈਗੀ ਹੈ ਤਾਂ that consists of planary motion which is rotatory and translatory motion। ਐਵੇਂ ਹੀ running of a vehicle also executes rotationally and translatory motion। ਹੁਣ ਆਪਾਂ ਗੱਲ ਕਰਦੇ ਹਾਂ ਰੋਟੇਸ਼ਨਲ ਮੋਸ਼ਨ ਦੇ ਵਿੱਚ ਆਪਾਂ ਜਿਸ ਬੋਡੀ ਦੇ ਬਾਰੇ ਗੱਲ ਕਰਾਂਗੇ ਉਹਨੂੰ ਆਪਾਂ ਕਹਿੰਦੇ ਹੈਗੇ ਆ ਰਿਜਿਡ ਬੋਡੀ। ਰਿਜਿਡ ਬੋਡੀ ਉਹ ਬੋਡੀ ਹੁੰਦੀ ਹੈਗੀ ਹੈ ਜਿਹਦੀ ਸ਼ੇਪ ਕਦੇ ਵੀ ਚੇਂਜ ਨਹੀਂ ਹੁੰਦੀ ਹੈ, ਬਾਹਰੋਂ ਆਪਾਂ ਜਿੰਨੀ ਮਰਜ਼ੀ ਐਕਸਟਰਨਲ ਫੋਰਸ ਉਸ ਬੋਡੀ ਦੇ ਉੱਤੇ ਅਪਲਾਈ ਕਰਦੀ ਹੈ। ਉਹ ਬੋਡੀ ਟੁੱਟ ਕੇ ਦੋ ਹਿੱਸਿਆਂ ਦੇ ਵਿੱਚ ਜ਼ਰੂਰ ਡਿਵਾਈਡ ਹੋ ਜਾਏਗੀ, ਪਰ ਉਹਦੀ ਸ਼ੇਪ ਕਦੇ ਵੀ ਚੇਂਜ ਨਹੀਂ ਹੋਏਗੀ। that type of body is called rigid body। यानी कि वो प्रेस भी नहीं होएगी, ना ही वो एक्सपैंड होएगी बाई एप्लीकेशन ऑफ फोर्स फ्रॉम आउटसाइड। ठीक है, तो ये तो की होएगा कि ਜਿਹੜੇ ਦੋ ਪਾਰਟੀਕਲਸ ਦੇ ਵਿੱਚ ਉਹਦਾ ਡਿਸਟੈਂਸ ਹੋਏਗਾ ਉਹ ਹਮੇਸ਼ਾ ਕਾਂਸਟੈਂਟ ਹੀ ਰਹੇਗਾ, ਬਾਹਰ ਤੋਂ ਜਿੰਨੀ ਮਰਜ਼ੀ ਆਪਣੀ ਫੋਰਸ ਉਹਦੇ ਉੱਤੇ ਲੱਗਦੀ ਰਹੇ। that is called the rigid body। ਠੀਕ ਹੈ ਬੱਚੋ, ਜਿਵੇਂ ਸਟੋਨ ਹੋ ਗਿਆ, ਇਹ ਸਾਰੀਆਂ ਸਾਡੀਆਂ ਰਿਜਿਡ ਬੋਡੀ ਹੋ ਗਈ। ਆਇਰਨ ਬਲੌਕ ਹੋ ਗਿਆ, ਜਿਹਦੇ ਉੱਤੇ ਜਿੰਨੀ ਮਰਜ਼ੀ ਆਪਾਂ ਫੋਰਸ ਲਗਾ ਦਈਏ ਉਹਦੀ ਸ਼ੇਪ ਚੇਂਜ ਨਹੀਂ ਹੁੰਦੀ ਹੈ। ਆਪਾਂ ਸਰਕੂਲਰ ਮੋਸ਼ਨ ਪਿਛਲੇ ਚੈਪਟਰ 'ਚ ਪੜ੍ਹਿਆ ਸੀ, ਉਹਦੇ ਵਿੱਚ ਵੀ ਆਪਾਂ ਡਿਫਰੈਂਟ ਟਰਮਸ ਦੀ ਗੱਲ ਕੀਤੀ ਸੀ ਜੋ ਆਪਾਂ ਯੂਜ਼ ਕਰਦੇ ਹੈਗੇ ਆ ਇਨ ਟਰਮਸ ਆਫ ਲੀਨੀਅਰ ਮੋਸ਼ਨ। ਤਾਂ ਸਭ ਤੋਂ ਪਹਿਲਾਂ ਆਪਾਂ ਯੂਜ਼ ਕਰਦੇ ਹਾਂ ਰੋਟੇਟਰੀ ਮੋਸ਼ਨ ਦੇ ਵਿੱਚ ਜਿਹੜੀਆਂ ਟਰਮਸ ਯੂਜ਼ ਹੁੰਦੀਆਂ ਹੈਗੀਆਂ ਉਹਨੂੰ ਆਪਾਂ ਹੁਣ ਅੱਜ ਪੜ੍ਹਾਂਗੇ। ਤਾਂ ਸਾਡੀ ਸਭ ਤੋਂ ਪਹਿਲੀ ਟਰਮ ਹੈਗੀ ਹੈ ਕਿ ਐਂਗੂਲਰ ਡਿਸਪਲੇਸਮੈਂਟ ਆਪਾਂ ਕਿਹਨੂੰ ਕਹਿੰਦੇ ਹਾਂ। ਐਂਗੂਲਰ ਡਿਸਪਲੇਸਮੈਂਟ ਦਾ ਕੀ ਮਤਲਬ ਹੈਗਾ ਕਿ ਮੰਨ ਲਓ ਬੋਡੀ ਸਾਡੀ ਇੱਕ ਸਰਕਲ ਦੇ ਵਿੱਚ ਮੂਵ ਕਰ ਰਹੀ ਹੈਗੀ ਹੈ, ਠੀਕ ਹੈ, ਜਿਹਦਾ ਰੇਡੀਅਸ ਕੀ ਹੈਗਾ ਹੈ, ਆਰ ਹੈਗਾ, ਤੇ ਐਲ ਜਿਹੜੀ ਹੈਗੀ ਹੈ ਆਪਣਾ A ਪੁਆਇੰਟ ਤੋਂ B ਪੁਆਇੰਟ ਦੇ ਵਿੱਚ ਉਹ ਮੂਵ ਕਰ ਰਹੀ ਹੈਗੀ ਹੈ। ਸੋ ਠੀਕ ਹੈ ਬੱਚੋ, ਮੰਨ ਲਓ ਬੋਡੀ ਜਿਹੜੀ ਹੈ A ਪੋਜੀਸ਼ਨ ਤੋਂ B ਪੋਜੀਸ਼ਨ ਤੱਕ ਪਹੁੰਚਦੀ ਹੈਗੀ ਹੈ ਤੇ ਉਹਨੂੰ ਉਹ ਲੀਨੀਅਰਲੀ ਸਰਕਮਫਰੈਂਸ ਦੇ ਅਲੋਂਗ ਕਿੰਨਾ ਡਿਸਟੈਂਸ ਟਰੈਵਲ ਕਰਦੀ ਹੈਗੀ ਹੈ,
L, ਤੇ ਐਂਗਲ ਦੀ ਫਾਰਮ 'ਚੋਂ ਡਿਸਟੈਂਸ ਕਿੰਨਾ ਟਰੈਵਲ ਕਰਦੀ ਹੈਗੀ ਹੈ ਥੀਟਾ। ਤਾਂ ਆਪਾਂ ਰੋਟੇਟਰੀ ਮੋਸ਼ਨ ਦੇ ਵਿੱਚ ਜਿਹੜਾ ਐਂਗੂਲਰ ਡਿਸਪਲੇਸਮੈਂਟ ਹੈ ਉਹਨੂੰ ਥੀਟਾ ਨਾਲ ਰਿਪਰੈਜ਼ੈਂਟ ਕਰਦੇ ਹਾਂ। ਮਤਲਬ ਕਿ ਜੇ ਬੋਡੀ A ਪੋਜੀਸ਼ਨ ਤੋਂ B ਪੋਜੀਸ਼ਨ ਦੇ ਉੱਤੇ ਜਾਂਦੀ ਹੈ ਸਰਕੂਲਰ ਮੋਸ਼ਨ ਦੇ ਅੰਡਰ, ਤਾਂ ਉਹ ਕਿੰਨਾ ਐਂਗਲ ਟਰੈਵਲ ਕਰਦੀ ਹੈ, ਦੈਟ ਇਜ਼ ਕਾਲਡ ਦਾ ਐਂਗੂਲਰ ਡਿਸਪਲੇਸਮੈਂਟ। ਠੀਕ ਹੈ, ਤੇ ਇਹ ਹੁੰਦਾ ਹੈਗਾ L/R। L ਇਜ਼ ਲੀਨੀਅਰ ਡਿਸਟੈਂਸ ਤੇ R ਕੀ ਹੈਗਾ ਤੁਹਾਡਾ ਰੇਡੀਅਸ ਆਫ ਦਾ ਸਰਕਲ ਇਨ ਵਿਚ ਦਾ ਬੋਡੀ ਰੋਟੇਟਸ। ਠੀਕ ਹੈ ਬੱਚੋ, ਸੋ ਤੁਸੀਂ ਆ ਰਿਲੇਸ਼ਨ ਯਾਦ ਰੱਖਣਾ ਹੈ L ਇਜ਼ ਇਕੁਅਲ ਟੂ R ਥੀਟਾ, ਵੇਅਰ ਥੀਟਾ ਇਜ਼ ਮੇਜ਼ਰਡ ਇਨ ਰੇਡੀਅਨਸ। ਦੂਜਾ ਸਾਡੇ ਕੋਲ ਆਪਣੀ ਕੀ ਚੀਜ਼ ਹੈਗੀ ਹੈ ਐਂਗੂਲਰ ਵੈਲੋਸਿਟੀ। ਜਿਸ ਤਰ੍ਹਾਂ ਆਪਾਂ ਲੀਨੀਅਰ ਵੈਲੋਸਿਟੀ ਪੜ੍ਹਿਆ ਸੀ, ਲੀਨੀਅਰ ਵੈਲੋਸਿਟੀ ਕੀ ਹੁੰਦੀ ਹੈ ਡਿਸਟੈਂਸ ਅਪੋਨ ਟਾਈਮ। ਐਵੇਂ ਹੀ ਜਦ ਬੋਡੀ A ਪੋਜੀਸ਼ਨ ਤੋਂ B ਪੋਜੀਸ਼ਨ ਤੱਕ ਜਾਂਦੀ ਹੈ ਉਹ ਕਿੰਨਾ ਐਂਗਲ ਟਰੈਵਲ ਕਰਦੀ ਹੈ, ਕਿੰਨਾ ਐਂਗੂਲਰ ਡਿਸਪਲੇਸਮੈਂਟ ਥੀਟਾ, ਤੇ ਉਹਨੂੰ ਇਹ ਐਂਗੂਲਰ ਡਿਸਪਲੇਸਮੈਂਟ ਟਰੈਵਲ ਕਰਨ ਵਾਸਤੇ ਕਿੰਨਾ ਟਾਈਮ ਲੱਗਦਾ ਹੈ, ਦੈਟ ਇਜ਼ T। ਦਿਸ ਇਜ਼ ਕਾਲਡ ਐਂਗੂਲਰ ਵੈਲੋਸਿਟੀ ਓਮੇਗਾ ਇਜ਼ ਇਕੁਅਲ ਟੂ ਥੀਟਾ ਬਾਈ T। ਮੰਨ ਲਓ ਬੋਡੀ ਇੱਕ ਪੂਰਾ ਚੱਕਰ A ਤੋਂ ਘੁੰਮ ਕੇ ਦੁਬਾਰਾ ਤੇ A ਤੇ ਵਾਪਿਸ ਆ ਜਾਂਦੀ ਹੈ, ਤੇ ਉਹ ਕਿੰਨਾ ਐਂਗਲ ਟਰੈਵਲ ਕਰਦੀ ਹੈਗੀ ਹੈ, ਪੂਰਾ 360 ਡਿਗਰੀ ਦਾ ਐਂਗਲ ਟਰੈਵਲ ਕਰਦੀ ਹੈ, ਜਿਹਨੂੰ ਆਪਾਂ ਕਹਿੰਦੇ ਹੈਗੇ ਆ 2π। ਔਰ ਉਹਨੂੰ ਪੂਰਾ ਸਰਕਲ ਦਾ ਇੱਕ ਰੋਟੇਸ਼ਨ ਲੈਣ ਵਾਸਤੇ ਕਿੰਨਾ ਟਾਈਮ ਲੱਗਦਾ ਹੈ, ਦੈਟ ਇਜ਼ ਕਾਲਡ ਕੈਪੀਟਲ T। ਐਂਡ ਦਿਸ ਕੈਪੀਟਲ T ਇਜ਼ ਕਾਲਡ ਦਾ ਟਾਈਮ ਪੀਰੀਅਡ। T ਨੂੰ ਆਪਾਂ ਕੀ ਕਹਿੰਦੇ ਹੈਗੇ ਆ ਟਾਈਮ ਪੀਰੀਅਡ। ਤਾਂ ਟਾਈਮ ਪੀਰੀਅਡ ਕੀ ਹੁੰਦਾ ਹੈ, ਟਾਈਮ ਟੇਕਨ ਬਾਈ ਅ ਬੋਡੀ ਟੂ ਕੰਪਲੀਟ ਵਨ ਰੋਟੇਸ਼ਨ। ਇੱਕ ਰੋਟੇਸ਼ਨ ਲੈਣ ਵਾਸਤੇ ਬੋਡੀ ਨੂੰ ਕਿੰਨਾ ਟਾਈਮ ਲੱਗਦਾ ਹੈ, ਦੈਟ ਇਜ਼ ਕਾਲਡ ਦਾ ਟਾਈਮ ਪੀਰੀਅਡ। ਐਵੇਂ ਹੀ ਆਪਾਂ ਫ੍ਰੀਕੁਐਂਸੀ ਦੀ ਫਾਰਮ ਦੇ ਵਿੱਚ ਵੀ ਓਮੇਗਾ ਕੱਢ ਸਕਦੇ ਹਾਂ, ਦੈਟ ਇਜ਼ ਇਕੁਅਲ ਟੂ ਓਮੇਗਾ ਇਜ਼ ਇਕੁਅਲ ਟੂ 2π ਨਿਊ, ਵੇਅਰ ਨਿਊ ਇਜ਼ ਕਾਲਡ ਦਾ ਫ੍ਰੀਕੁਐਂਸੀ ਐਂਡ ਇਟ ਇਜ਼ ਨੰਬਰ ਆਫ ਰੋਟੇਸ਼ਨਸ ਪਰ ਸੈਕਿੰਡ। ਮੀਨਸ ਬੋਡੀ ਇੱਕ ਸੈਕਿੰਡ ਦੇ ਵਿੱਚ ਕਿੰਨੀਆਂ ਰੋਟੇਸ਼ਨਸ ਕਰਦੀ ਹੈ, ਦੈਟ ਇਜ਼ ਕਾਲਡ ਮੀਨਸ ਕਿੰਨਾ ਚੱਕਰ ਉਹ ਲਗਾਉਂਦੀ ਹੈਗੀ ਹੈ, ਦੈਟ ਇਜ਼ ਕਾਲਡ ਦਾ ਫ੍ਰੀਕੁਐਂਸੀ। ਤੇ ਤਿੰਨ ਫਾਰਮੂਲੇ ਹੋ ਗਏ ਤੁਹਾਡੇ ਕੋਲ ਟੂ ਮੇਜ਼ਰ ਦਾ ਐਂਗੂਲਰ velocity. So unit of angular velocity is radian per second and it is denoted by omega। ਠੀਕ ਹੈ ਬੱਚੋ, ਤੇ ਹੁਣ ਡਾਇਰੈਕਸ਼ਨ ਆਪਾਂ ਓਮੇਗਾ ਦੀ ਕਿਵੇਂ ਫਾਈਂਡ ਆਊਟ ਕਰਨਾ ਚਾਹਦੇ, ਕਿਉਂਕਿ ਓਮੇਗਾ ਇੱਕ ਵੈਕਟਰ ਕੁਆਂਟੀਟੀ ਹੈ ਤੇ ਆਪਾਂ ਨੂੰ ਉਹਦੀ ਡਾਇਰੈਕਸ਼ਨ ਵੀ ਪਤਾ ਹੋਣੀ ਚਾਹੀਦੀ ਹੈ। ਤਾਂ ਦੈਟ ਇਜ਼ ਯੂਜ਼ਡ ਬਾਈ ਯੂਜ਼ਿੰਗ ਰਾਈਟ ਹੈਂਡ ਥੰਬ ਰੂਲ। ਰਾਈਟ ਹੈਂਡ ਥੰਬ ਰੂਲ ਕੀ ਕਹਿੰਦਾ ਹੈਗਾ, ਤੁਸੀਂ ਜਿਸ ਡਾਇਰੈਕਸ਼ਨ ਦੇ ਵਿੱਚ ਬੋਡੀ ਘੁੰਮਦੀ ਪਈ ਹੈ ਉਸ ਡਾਇਰੈਕਸ਼ਨ ਦੇ ਵਿੱਚ ਆਪਣੇ ਰਾਈਟ ਹੈਂਡ ਦੀ ਫਿੰਗਰਸ ਨੂੰ ਸਰਕਲ ਕਰਨਾ ਹੈ, ਕਰਲ ਕਰਨਾ ਹੈਗਾ, ਤੇ ਜਿਸ ਡਾਇਰੈਕਸ਼ਨ ਦੇ ਵਿੱਚ ਥੰਬ ਪੁਆਇੰਟ ਆਊਟ ਕਰੇਗਾ ਦੈਟ ਵਿਲ ਬੀ ਦ ਡਾਇਰੈਕਸ਼ਨ ਆਫ ਓਮੇਗਾ। ਠੀਕ ਹੈ, ਤੇ ਇਹਨੂੰ ਆਪਾਂ ਸਕਰੂ ਰੂਲ ਦੇ ਨਾਲ ਵੀ ਕਹਿੰਦੇ ਆ। ਮੰਨ ਲਓ ਜਿਹੜੀ ਬੋਡੀ ਹੈ ਸਾਡੀ ਇਸ ਡਾਇਰੈਕਸ਼ਨ ਦੇ ਵਿੱਚ ਮੂਵ ਕਰਦੀ ਪਈ ਹੈਗੀ ਹੈ, ਮੀਨਸ ਆਪਾਂ ਸਕਰੂ ਨੂੰ ਇਸ ਪੁਆਇੰਟ ਦੇ ਉੱਤੇ ਰੱਖ ਕੇ ਜਿਸ ਡਾਇਰੈਕਸ਼ਨ 'ਚ ਬੋਡੀ ਮੂਵ ਕਰਦੀ ਹੈ ਉਹਨੂੰ ਆਪਾਂ ਘੁਮਾਈਏ, ਤਾਂ ਜਿਸ ਡਾਇਰੈਕਸ਼ਨ ਦੇ ਵਿੱਚ ਤੁਹਾਡਾ ਸਕਰੂ ਮੂਵ ਕਰੇਗਾ ਦੈਟ ਵਿਲ ਗਿਵ ਦ ਡਾਇਰੈਕਸ਼ਨ ਆਫ ਓਮੇਗਾ। ਤੇ ਇਸ ਡਾਇਰੈਕਸ਼ਨ ਦੇ ਵਿੱਚ ਜਦ ਬੋਡੀ ਇਸ ਡਾਇਰੈਕਸ਼ਨ 'ਚ ਮੂਵ ਕਰਦੀ ਹੈ ਤੁਹਾਡਾ ਸਕਰੂ ਬਾਹਰ ਦੀ ਤਰਫ ਨੂੰ ਆਉਂਦਾ ਹੈਗਾ, ਸੋ ਦ ਡਾਇਰੈਕਸ਼ਨ ਆਫ ਓਮੇਗਾ ਵਿਲ ਬੀ ਆਊਟਵਰਡ। ਠੀਕ ਹੈ ਬੱਚੋ, ਤੇ ਇਸ ਤਰ੍ਹਾਂ ਤੁਸੀਂ ਓਮੇਗਾ ਦੀ ਡਾਇਰੈਕਸ਼ਨ ਕੱਢ ਸਕਦੇ ਹੋ। ਐਂਗੂਲਰ ਵੈਲੋਸਿਟੀ ਵਿਲ ਬੀ ਸੇਮ ਫॉर द all particles which is rotating in the circle। ਮੀਨਸ ਜੋ ਬੋਡੀ ਸਾਰੀ ਬੋਡੀ ਸਰਕਲ ਦੇ ਵਿੱਚ ਰੋਟੇਟ ਕਰਦੀ ਹੈ, ਹਰੇਕ ਪਾਰਟੀਕਲਸ ਦੀ ਜਿਹੜੀ ਐਂਗੂਲਰ ਵੈਲੋਸਿਟੀ ਕੀ ਹੋਏਗੀ ਤੁਹਾਡੀ ਕਾਂਸਟੈਂਟ ਹੋਏਗੀ, ਪਰ ਹਰ ਪਾਰਟੀਕਲ ਦੀ ਜਿਹੜੀ ਲੀਨੀਅਰ ਵੈਲੋਸਿਟੀ ਹੈਗੀ ਹੈ ਦੈਟ ਵਿਲ ਬੀ ਡਿਫਰੈਂਸ। तो दोनों रिलेशन है बिटवीन लीनियर वेलोसिटी एंड एंगुलर वेलोसिटी। v is equal to r omega। v is the linear velocity and omega is your angular velocity and r is the radius of the circle in which the body is rotating। ठीक है बच्चों, ਹੁਣ ਜਿੰਨਾ ਸਰਕਲ ਜ਼ਿਆਦਾ ਬੜਿਆ ਹੋਏਗਾ, ਜਿੰਨਾ ਪਾਰਟੀਕਲਸ ਆਪਣੇ ਸੈਂਟਰ ਐਕਸਿਸ ਤੋਂ ਦੂਰ ਹੁੰਦਾ ਜਾਏਗਾ ਉਹਦੀ ਐਂਗੂਲਰ ਵੈਲੋਸਿਟੀ ਤਾਂ ਕਾਂਸਟੈਂਟ ਰਹੇਗੀ, ਪਰ ਉਹਦੀ ਜਿਹੜੀ ਲੀਨੀਅਰ ਵੈਲੋਸਿਟੀ ਹੈ ਉਹ ਇਨਕਰੀਜ਼ ਕਰਦੀ ਜਾਏਗੀ। ਮੀਨਸ ਪਾਰਟੀਕਲ ਜੋ ਸੈਂਟਰ ਦੇ ਨੇੜੇ ਹੈਗਾ ਉਹਦੀ ਵੈਲੋਸਿਟੀ ਘੱਟ ਹੋਏਗੀ, ਜਿਵੇਂ ਜਿਵੇਂ ਪਾਰਟੀਕਲਸ ਦੂਰ ਜਾਂਦਾ ਰਹੇਗਾ ਤਾਂ ਉਵੇਂ ਉਵੇਂ ਉਹਦੀ ਵੈਲੋਸਿਟੀ ਵੱਧਦੀ ਰਹੇਗੀ। ਠੀਕ ਹੈ, ਫਿਰ ਹੈ ਤੁਹਾਡੇ ਕੋਲ ਐਂਗੂਲਰ ਐਕਸਲਰੇਸ਼ਨ। ਐਂਗੂਲਰ ਐਕਸਲਰੇਸ਼ਨ ਕੀ ਹੁੰਦਾ ਹੈਗਾ ਕਿ ਜਦ ਬੋਡੀ ਕਿਸੇ ਐਂਗੂਲਰ ਵੈਲੋਸਿਟੀ ਦੇ ਨਾਲ ਸਰਕਲ ਦੇ ਵਿੱਚ ਰੋਟੇਟ ਕਰਦੀ ਹੈ ਤਾਂ ਦੈਟ
ਚੇਂਜ ਕਿੰਨੀ ਐਂਗੂਲਰ ਵੈਲੋਸਿਟੀ ਦੇ ਵਿੱਚ ਚੇਂਜ ਹੁੰਦੀ ਹੈ ਜਦ ਬੋਡੀ A ਪੁਆਇੰਟ ਤੋਂ B ਪੁਆਇੰਟ ਦੇ ਵਿੱਚ ਜਾਂਦੀ ਹੈ t ਟਾਈਮ ਦੇ ਵਿੱਚ, that is called angular acceleration. So alpha is equal to omega 2 minus omega 1 upon t, where omega 1 ਕੀ ਹੈ, ਉਹਦੀ ਐਂਗੂਲਰ ਵੈਲੋਸਿਟੀ ਹੈ A ਪੋਜੀਸ਼ਨ ਤੇ B ਦੇ ਉੱਤੇ ਉਹਦੀ ਐਂਗੂਲਰ ਵੈਲੋਸਿਟੀ ਕੀ ਬਣ ਜਾਂਦੀ ਹੈ omega 2, ਔਰ omega 1 ਤੋਂ omega 2 ਹੋਣ ਦੇ ਵਿੱਚ ਉਹਨੂੰ ਕਿੰਨਾ ਟਾਈਮ ਲੱਗਦਾ ਪਿਆ ਹੈਗਾ t seconds। ਤਾਂ that change omega 2 minus omega 1, ਜਿਵੇਂ rate of change of velocity is known as linear acceleration, ਉਵੇਂ ਹੀ rate of change of angular velocity is known as angular acceleration alpha। ਤੇ ਇਹਦੀ units ਹੁੰਦੀ ਹੈ radian per second। ਔਰ linear acceleration, this is your linear acceleration and this is your angular acceleration। ਤੇ ਦੋਨਾਂ ਦੇ ਵਿੱਚ ਜਿਹੜਾ relation ਹੈਗਾ ਸਾਡਾ, that is A is equal to R alpha, where R is the radius of the circle in which the body is rotating। ਤੇ ਇਹਦੇ ਨਾਲ ਤੁਹਾਡਾ ਇਹ complete ਹੁੰਦਾ ਹੈਗਾ topic। Okay, thank you।